ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਇਸ ਸੁੰਦਰ ਦਿਨ ਦੇ ਵਿੱਚ ਅਸੀਂ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰਭੂ ਨੇ ਅੱਜ ਦੀ ਸਵੇਰ ਆਪ ਦੇ ਜੀਵਨ 'ਚ ਦਿੱਤੀ ਹੈ ਕਿ ਆਪ ਪਰਮੇਸ਼ਰ ਦੇ ਉਸ ਨਾਮ ਨੂੰ ਜਿਹੜਾ ਆਦਰ ਦੇ ਯੋਗ ਹੈ, ਮਹਿਮਾ ਦੇ ਯੋਗ ਹੈ, ਉਸ ਨੂੰ ਜਾਣ ਸਕੋ ਅਤੇ ਪਛਾਣ ਸਕੋ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰਭੂ ਦੇ ਵਚਨ ਦਾ ਮਨਨ ਕਰੀਏ, ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਵ ਵਿਆਪੀ ਪਰਮੇਸ਼ਰ ਹੈ। ਪਰਮੇਸ਼ਰ, ਤੇਰੀ ਬਾਣੀ ਦੇ ਵਿੱਚ ਲਿਖਿਆ ਹੈ, ਤੁਸੀਂ ਮੇਰੇ ਕੋਲੋਂ ਪ੍ਰਾਰਥਨਾ ਕਰਕੇ ਮੰਗੋ ਤਾਂ ਮੈਂ ਤੁਹਾਡੇ ਲਈ ਤੁਹਾਡੇ ਜੀਵਨ ਦੇ ਵਿੱਚ ਗੂੜ ਭੇਤਾਂ ਨੂੰ ਪ੍ਰਗਟ ਕਰਾਂਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ। ਅੱਜ ਜੋ ਤੁਸੀਂ ਭੇਤ ਪ੍ਰਗਟ ਕਰਨ ਜਾ ਰਹੇ ਹੋ, ਉਸ ਨੂੰ ਆਪ ਦੇ ਵਚਨ ਦੇ ਨਾਲ ਸਮਝਣ ਅਤੇ ਜਾਣਨ ਅਤੇ ਉਸ ਦੇ ਅਨੁਸਾਰ ਚੱਲਣ ਦੇ ਲਈ ਸਾਡੀ ਮਦਦ ਕਰਨਾ, ਤਾਂ ਕਿ ਆਪ ਦਾ ਨਾਮ ਉੱਚਾ ਹੋਵੇ। ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਮਨਨ ਦਾ ਭਾਗ ਲਿਆ ਹੈ, ਉਹ ਪਹਿਲਾ ਕੁਰਿੰਥੀਆਂ ਦੀ ਪੁਸਤਕ ਉਸ ਦਾ 7, 6 ਅਤੇ 7 ਵਚਨ ਮੈਂ ਲਿਆ ਹੈ। ਤੁਹਾਡਾ ਅਪਮਾਨ ਅੱਛਾ ਨਹੀਂ ਕਿ ਤੁਸੀਂ ਨਹੀਂ ਜਾਣਦੇ ਕਿ ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਖਮੀਰੀਆਂ ਕਰ ਦਿੰਦਾ ਹੈ। ਪੁਰਾਣੇ ਖਮੀਰ ਨੂੰ ਕੱਢ ਸੁੱਟੋ ਭਾਈ, ਜਿਵੇਂ ਤੁਸੀਂ ਪਤੀਰੇ ਹੋਏ ਹੋ ਤਿਵੇਂ ਤੁਸੀਂ ਸੱਜਰੀ ਤੌਣ ਬਣੋ, ਕਿਉਂ ਜੋ ਸਾਡਾ ਫਸਹ ਦਾ ਲੀਲਾ ਅਰਥਾਤ ਮਸੀਹ ਯਸੂ ਬਲੀਦਾਨ ਹੋਇਆ ਹੈ। ਇਸ ਦਾ ਜੋ ਮੈਂ ਇਸ ਵਚਨ ਦੇ ਨਾਲ ਪ੍ਰਭੂ ਨੇ ਮੈਨੂੰ ਵਿਸ਼ਾ ਦਿੱਤਾ ਹੈ, ਉਹ ਹੈ ਕਿ ਵਿਸ਼ਵਾਸੀ ਹੁੰਦੇ ਹੋਏ ਸਾਨੂੰ ਸੰਸਾਰ ਦੀਆਂ ਗਤੀਵਿਧੀਆਂ ਦੇ ਵਿੱਚ ਨਹੀਂ ਸ਼ਾਮਲ ਹੋਣਾ ਚਾਹੀਦਾ ਹੈ। ਵਿਸ਼ਵਾਸੀ ਹੁੰਦੇ ਹੋਏ ਸਾਨੂੰ ਸੰਸਾਰ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਹੈ। ਇਹ ਜੋ ਵਚਨ ਹੈ, ਪੌਲਸ ਰਸੂਲ ਇਸ ਜਗ੍ਹਾ ਦੇ ਉੱਤੇ ਲਿਖਦਾ ਹੈ। ਇਸ ਦਾ ਇੱਕ ਖਾਸ ਮਕਸਦ ਹੈ ਕਿ ਇਹ ਆਮ ਖੰਡ ਜਿਹੜਾ ਸਾਰੇ ਜਾਣਦੇ ਹਨ, ਆਤਮਿਕ ਸਿਧਾਂਤ ਜਿਹੜਾ ਕਲੀਸਿਆ ਨੂੰ ਸ਼ੁੱਧਤਾ ਅਨੁਸ਼ਾਸਨ ਬਾਰੇ ਕਲੀਸਿਆ ਦੇ ਵਿੱਚ ਸਿਖਾਉਣ ਦੇ ਬਾਰੇ ਉਹ ਦੱਸਦਾ ਹੈ, ਅਤੇ ਉਹ ਦੱਸਦਾ ਹੈ ਇਸ ਦੀ ਲੋੜ ਕਲੀਸਿਆ ਦੇ ਵਿੱਚ ਹੈ, ਕਿਉਂਕਿ ਬਹੁਤੇ ਲੋਕ ਮਸੀਹ ਦੇ ਬਲੀਦਾਨ ਦੇ ਨਾਲ ਉਸ ਜੀਵਨ ਨੂੰ ਨਹੀਂ ਜਾਣਦੇ ਜਿਹੜਾ ਕਿ ਇਸ ਸੰਸਾਰ ਤੋਂ ਸਾਡੇ ਜੀਵਨ ਦੇ ਵਿੱਚ ਪਵਿੱਤਰਤਾ ਦੇ ਲਈ ਹੈ। ਅਸੀਂ ਸੋਚਦੇ ਹਾਂ ਕਿ ਜਿਸ ਤਰ੍ਹਾਂ ਸੰਸਾਰ ਦੇ ਲੋਕ ਆਪਣੇ ਮੰਦਿਰਾਂ ਦੇ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਜਾਂ ਕਿਤੇ ਵੀ ਜਾਂਦੇ ਆ, ਸਾਡਾ ਜੀਵਨ ਵੀ ਉਸੇ ਤਰ੍ਹਾਂ ਦਾ ਹੈ। ਪਰ ਮੇਰੇ ਭਾਈ ਅਤੇ ਭੈਣ, ਇੱਥੇ ਮਸੀਹ ਦਾ ਇੱਕ ਇਸ ਸੰਸਾਰ ਤੋਂ ਵੱਖਰਾ ਜੀਵਨ ਸਾਡੇ ਜੀਵਨ ਦੇ ਵਿੱਚ ਪ੍ਰਗਟ ਕੀਤਾ ਗਿਆ ਹੈ। ਉਹ ਸੰਸਾਰ ਦੇ ਵਿੱਚ ਰਹਿ ਕੇ ਵੀ ਸੰਸਾਰ ਜਿਹਾ ਨਹੀਂ ਸੀ, ਉਹ ਸੰਸਾਰ ਦੇ ਵਿੱਚ ਰਹਿ ਕੇ ਸਵਰਗੀ ਅਤੇ ਪਵਿੱਤਰ ਸੀ। ਇਹੋ ਸਿਧਾਂਤ ਇੱਥੇ ਪੌਲਸ ਰਸੂਲ ਅੱਜ ਵਿਸ਼ਵਾਸੀਆਂ ਨੂੰ ਸਾਡੇ ਜੀਵਨ ਦੇ ਵਿੱਚ ਪਵਿੱਤਰਤਾਈ ਦੇ ਨਾਲ ਸਿੱਖਣ ਦੇ ਲਈ ਕਹਿ ਰਿਹਾ ਹੈ। ਔਰ ਇੱਥੇ ਜੋ ਉਸਨੇ ਗੱਲ ਕੀਤੀ ਹੈ ਕਿ ਤੁਸੀਂ ਨਹੀਂ ਜਾਣਦੇ ਥੋੜਾ ਜਿਹਾ ਖਮੀਰ। ਕਈ ਵਿਸ਼ਵਾਸੀਆਂ ਨੂੰ ਮੈਂ ਕਹਿੰਦੇ ਵੇਖਿਆ ਹੈ, ਕੋਈ ਨਹੀਂ, ਅਸੀਂ ਜੇ ਉਹਨਾਂ ਨਾਲ ਥੋੜਾ ਜਿਹਾ ਅਸੀਂ ਕਰ ਵੀ ਲਿਆ, ਕੋਈ ਫਰਕ ਨਹੀਂ, ਕੋਈ ਖਰਚ ਨਹੀਂ, ਕੀ ਕਰ ਲਿਆ। ਬਹੁਤ ਸਾਰੀਆਂ ਗੱਲਾਂ ਸਾਡੇ ਇਸ ਮਸੀਹੀ ਸਮਾਜ ਦੇ ਵਿੱਚ ਜੋ ਪਰਮੇਸ਼ਰ ਦੀ ਪਵਿੱਤਰਤਾ ਨੂੰ ਸਾਡੇ ਜੀਵਨ ਦੇ ਵਿੱਚ ਦਰਸਾਉਂਦੀਆਂ ਨੇ। ਬਾਣੀ ਦੇ ਵਿੱਚ ਲਿਖਿਆ, ਵਿਸ਼ਵਾਸੀ ਆਪਣੇ ਕਰਮ, ਵਿਸ਼ਵਾਸੀ ਪਰਮੇਸ਼ਰ ਦੇ ਵਚਨ, ਵਿਸ਼ਵਾਸੀ ਵਿਸ਼ਵਾਸ ਦੇ ਨਾਲ ਜਾਣਿਆ ਜਾਂਦਾ ਹੈ ਕਿ ਉਹ ਮਸੀਹ ਦਾ ਚੁਣਿਆ ਹੋਇਆ ਚੇਲਾ ਹੈ। ਉਹ ਚੇਲਾ ਕਿੱਦਾਂ? ਪਹਿਲੀ ਗੱਲ, ਉਹ ਨਵਾਂ ਜਨਮ ਪਾਇਆ ਹੋਇਆ ਪਰਮੇਸ਼ਰ ਦਾ ਜਨ ਹੈ। ਨਵਾਂ ਜਨਮ ਸਾਨੂੰ ਕਿਵੇਂ ਮਿਲਿਆ? ਜਦੋਂ ਅਸੀਂ ਇਹ ਜਾਣ ਲਿਆ ਕਿ ਅਸੀਂ ਪਾਪੀ ਹੀ ਹਾਂ ਅਤੇ ਸਾਡੇ ਪਾਪ
ਸਾਡੇ ਆਪਣੇ ਕੰਮਾਂ ਦੇ ਰਾਹੀਂ, ਸਾਡੀਆਂ ਆਪਣੀਆਂ ਕਰਨੀਆਂ ਦੇ ਰਾਹੀਂ ਮਾਫ ਨਹੀਂ ਹੋ ਸਕਦੇ। ਉਸ ਨੂੰ ਮਾਫ ਕਰਨ ਦੇ ਲਈ ਪਰਮੇਸ਼ਰ ਨੇ ਸਾਡੇ ਲਈ ਜੋ ਇੰਤਜ਼ਾਮ ਕੀਤਾ ਹੈ, ਇਕਲੌਤਾ ਪੁੱਤਰ ਪ੍ਰਭੂ ਯਿਸੂ ਮਸੀਹ ਕਾਲਵਰੀ ਕਰੂਸ ਦੇ ਉੱਤੇ ਦੇ ਦਿੱਤਾ ਹੈ, ਜਿਹੜਾ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਦਫਨ ਕੀਤਾ ਗਿਆ ਤੇ ਤੀਸਰੇ ਦਿਨ ਜੀ ਉੱਠਿਆ। ਹੁਣ ਮੇਰਾ ਪ੍ਰਭੂ ਹੈ। ਜਦੋਂ ਮੈਂ ਵਿਸ਼ਵਾਸ ਕਰਦਾ ਹਾਂ ਤਾਂ ਮੈਂ ਮਸੀਹ ਦੇ ਵਿੱਚ ਨਵਾਂ ਜਨਮ ਪਾਇਆ ਹੋਇਆ ਉਸ ਦਾ ਇੱਕ ਵਿਸ਼ਵਾਸੀ ਜਨ ਬਣਦਾ ਹਾਂ। ਸੈਕੰਡਲੀ, ਜਦੋਂ ਨਵਾਂ ਜਨਮ ਹੋ ਜਾਂਦਾ ਹੈ ਤਾਂ ਅਸੀਂ ਉਸ ਵਿੱਚ ਗਰੋਥ ਹੋਣਾ ਹੈ, ਵਧਣਾ ਹੈ। ਉਹ ਵਧਣਾ ਕਿਵੇਂ ਹੈ? ਪਰਮੇਸ਼ਰ ਦੇ ਪਵਿੱਤਰ ਵਚਨ ਦੀ ਸਿੱਖਿਆ ਦੇ ਨਾਲ। ਹੁਣ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਹ ਆਪਣੇ ਉਸ ਤਰ੍ਹਾਂ ਦੀ ਫੀਡਿੰਗ, ਮਤਲਬ ਉਸ ਤਰ੍ਹਾਂ ਦਾ ਭੋਜਨ ਲੈਣਾ ਸ਼ੁਰੂ ਕਰਦਾ ਹੈ ਜਿਹਦੇ ਨਾਲ ਉਹ ਦਿਨ ਪ੍ਰਤੀ ਦਿਨ ਵਧਣਾ ਸ਼ੁਰੂ ਹੋ ਜਾਂਦਾ ਹੈ। ਉਹ ਆਤਮਿਕ ਅਤੇ ਮਾਨਸਿਕ ਅਤੇ ਸ਼ਾਰੀਰਿਕ ਰੀਤੀ ਨਾਲ ਦਿਨ ਪ੍ਰਤੀ ਦਿਨ ਗਰੋਥ ਹੁੰਦਾ ਹੈ। ਜਦੋਂ ਛੋਟਾ ਹੁੰਦਾ ਹੈ ਤਾਂ ਉਹ ਦੁੱਧ ਪੀਂਦਾ ਹੈ। ਜਦੋਂ ਥੋੜਾ ਬੜਾ ਹੋ ਜਾਂਦਾ ਹੈ ਤਾਂ ਉਹ ਦਲੀਆ ਅਤੇ ਖਿਚੜੀ ਖਾਂਦਾ। ਜਦੋਂ ਹੋਰ ਬੜਾ ਹੋ ਜਾਂਦਾ ਹੈ ਤਾਂ ਉਸ ਦੇ ਨਾਲ ਤਰੀ ਅਤੇ ਹੋਰ ਕਈ ਚੀਜ਼ਾਂ ਖਾਣੀਆਂ। ਜਦੋਂ ਹੋਰ ਬੜਾ ਹੋ ਜਾਂਦਾ ਹੈ ਤਾਂ ਉਹ ਅੰਨ ਖਾ ਕੇ ਪਚਾਉਣਾ ਸ਼ੁਰੂ ਕਰ ਦਿੰਦਾ ਹੈ। ਪੌਲਸ ਰਸੂਲ ਇਸ ਗੱਲ ਦੇ ਲਈ ਜਦੋਂ ਅਸੀਂ ਇਬਰਾਨੀਆਂ ਦੀ ਪੁਸਤਕ ਉਸ ਦਾ 5 ਅਧਿਆਏ ਪੜ੍ਹਦੇ ਹਾਂ ਤਾਂ ਉੱਥੇ ਆਪਣੇ ਲੋਕਾਂ ਨੂੰ ਇੱਕ ਸਿੱਖਿਆ ਦੇ ਕੇ ਕਹਿੰਦਾ ਇਸ ਸਿਧਾਂਤ ਦੇ ਨਾਲ ਕਿ ਹੁਣ ਮੈਨੂੰ ਤੁਹਾਨੂੰ ਡੰਡਾ ਲੈ ਕੇ ਸਮਝਾਉਣਾ ਪਏਗਾ। ਤੁਸੀਂ ਅਜਿਹੇ ਬੋਲੇ ਹੋ ਚੁੱਕੇ ਹੋ ਕਿ ਤੁਹਾਨੂੰ ਅੰਨ ਦੀ ਨਹੀਂ, ਤੁਹਾਨੂੰ ਦੁੱਧ ਦੀ ਹੀ ਲੋੜ ਹੈ। ਮੇਰੇ ਪਿਆਰੇ ਅਸੀਸ, ਇਹ ਪੌਲਸ ਨੂੰ ਇਹ ਗੱਲਾਂ ਪਹਿਲਾਂ ਕੁਰੰਥ ਦੀਆਂ ਕਲੀਸਿਆਂ ਦੇ ਵਿੱਚ ਕਹਿਣੀਆਂ ਪਈਆਂ, ਕਿਉਂਕਿ ਕੁਰੰਥ ਦੀ ਕਲੀਸਿਆ ਇੱਕ ਵਿਗੜੀ ਹੋਈ ਕਲੀਸਿਆ ਸੀ, ਜਿਸ ਵਿੱਚ ਸੰਸਾਰ ਦੀਆਂ ਬਹੁਤ ਸਾਰੀਆਂ ਤਰੁੱਟੀਆਂ ਉਹਨਾਂ ਦੇ ਅੰਦਰ ਆ ਚੁੱਕੀਆਂ ਸੀ। ਜਿਵੇਂ ਕਿ ਅਸੀਂ ਮਤੀ ਰਚੀ ਸੁਸਮਾਚਾਰ 23 ਅਧਿਆਏ ਦੇ ਵਿੱਚ ਪੜ੍ਹਦੇ ਹਾਂ, ਉਸ ਵਿੱਚ ਬੜੇ ਸਾਫ਼ ਰੀਤੀ ਨਾਲ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ, ਤੁਸੀਂ ਇਹਨਾਂ ਰੱਬੀ ਲੋਕਾਂ ਦੀ ਤਰ੍ਹਾਂ ਨਾ ਹੋਣਾ, ਤੁਸੀਂ ਇਹਨਾਂ ਫਰੀਸੀਆਂ ਦੀ ਤਰ੍ਹਾਂ ਨਾ ਹੋਣਾ, ਜਿਹੜੇ ਚੌਂਕਾਂ ਦੇ ਵਿੱਚ ਲੰਬੀਆਂ ਲੰਬੀਆਂ ਪ੍ਰਾਰਥਨਾ ਕਰਦੇ ਨੇ, ਜਿਹੜੇ ਲੰਬੇ ਲੰਬੇ ਚੌਕੇ ਪਾਉਂਦੇ ਨੇ ਅਤੇ ਲੋਕਾਂ ਨੂੰ ਦਿਖਾਉਣ ਵਾਲਾ ਕੰਮ ਕਰਦੇ ਨੇ, ਪਰ ਉਹਨਾਂ ਦੇ ਵਿੱਚ ਆਤਮਿਕਤਾ ਅੰਦਰੋਂ ਹੈ ਹੀ ਨਹੀਂ। ਉਹ ਸਭ ਦਿਖਾਉਣ ਦੇ ਲਈ ਹੈ। ਇਹੋ ਜਿਹੇ ਲੋਕਾਂ ਦੇ ਲਈ ਪੌਲਸ ਇਸ ਜਗ੍ਹਾ ਤੇ ਕਹਿੰਦਾ ਹੈ, ਤੁਸੀਂ ਪਤੀਰੇ ਹੋਏ ਹੋ, ਤੁਸੀਂ ਸੱਜਰੀ ਤੋਣ ਤੋਂ ਬਣੇ ਹੋ। ਔਰ ਦੂਸਰੇ ਪਾਸੇ ਉਹ ਕਹਿੰਦਾ ਹੈ ਥੋੜਾ ਜਿਹਾ ਖਮੀਰ ਸਾਰੀ ਤੋਣ। ਇਹਦਾ ਮਤਲਬ ਥੋੜਾ ਜਿਹਾ ਖਮੀਰ, ਜਿਹੜਾ ਖਮੀਰ ਹੈ ਉਹ ਫੁੱਲਣਾ ਸ਼ੁਰੂ ਹੋ ਜਾਂਦਾ ਹੈ, ਉਸ ਦੇ ਵਿੱਚ ਪਾਣੀ ਅਤੇ ਲੇਸ ਸ਼ੁਰੂ ਹੋ ਜਾਂਦੀ ਹੈ, ਜਿਹੜੀ ਮਿਲਾਵਟ ਨੂੰ ਪ੍ਰਗਟ ਕਰਦੀ ਹੈ। ਔਰ ਜਿਹੜੀ ਮਿਲਾਵਟ ਨੂੰ ਪ੍ਰਗਟ ਕਰਦੀ ਹੈ ਉਹ ਬੜੀ ਖਤਰਨਾਕ ਹੁੰਦੀ ਹੈ। ਖਤਰਨਾਕ ਮਤਲਬ ਉਹ ਪਾਪ ਸਾਨੂੰ ਉਸ ਮੌਤ ਵਿੱਚ ਲੈ ਕੇ ਜਾਂਦਾ ਹੈ ਜਿਸ ਵਿੱਚ ਹਮੇਸ਼ਾ ਹਮੇਸ਼ਾ ਦੀ ਸਦੀਵੀ ਮੌਤ ਹੈ। ਪਰਮੇਸ਼ਵਰ ਵਿਸ਼ਵਾਸੀ ਨੂੰ ਮਿਲਾਵਟ ਦਾ ਜੀਵਨ ਜੀਣ ਦੇ ਲਈ ਨਹੀਂ ਕਹਿੰਦਾ। ਮੈਂ ਜਦੋਂ ਆਪਣਾ ਪਹਿਲਾ ਕੁਰਿੰਥੀਆਂ ਉਸ ਦਾ 2 ਅਧਿਆਏ ਉਸ ਦਾ ਅੰਤਿਮ ਵਚਨ ਪੜ੍ਹਦਾ ਤਾਂ ਉਸ ਦੇ ਵਿੱਚ ਪੌਲਸ ਰਸੂਲ ਕੁਰਿੰਥ ਦੇ ਲੋਕਾਂ ਨੂੰ ਕਹਿੰਦਾ ਹੈ, ਅਸੀਂ ਜਦੋਂ ਤੁਹਾਨੂੰ ਵਚਨ ਸਿਖਾਇਆ ਤਾਂ ਮਿਲਾਵਟ ਕਰਕੇ ਨਹੀਂ, ਤੁਹਾਨੂੰ ਜੋ ਸੱਚ ਸੀ, ਜੋ ਸੱਚ ਦੀਆਂ ਗੱਲਾਂ ਉਹ ਕਰਕੇ ਸਿਖਾਇਆ ਹੈ। ਅੱਜ ਵਿਸ਼ਵਾਸੀ ਲੋਕ ਬਹੁਤ ਅੱਛੇ ਦੇਖਣ ਨੂੰ ਲੱਗਦੇ ਆ, ਉਹਨਾਂ ਦਾ ਜੀਵਨ ਵਿਸ਼ਵਾਸ ਦੀਆਂ ਗੱਲਾਂ ਕਰਨ ਦੇ ਵਿੱਚ ਬਹੁਤ ਚੰਗਾ ਲੱਗਦਾ ਹੈ, ਪਰ ਜੋ ਉਹ ਦੂਸਰੀ ਜਗ੍ਹਾ ਦੇ ਵਿੱਚ ਜਾਂਦੇ ਆ, ਦੂਸਰੀ ਜਗ੍ਹਾ ਦੇ ਉੱਤੇ ਬੈਠਦੇ ਆ ਤਾਂ ਉਹ ਸੰਸਾਰ ਦੀਆਂ ਰੀਤਾਂ ਅਤੇ ਉਹਨਾਂ ਦੀਆਂ ਰੀਤਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹੋਏ ਨਜ਼ਰ ਆਉਂਦੇ ਆ। ਤੇ ਜਦੋਂ ਨਵੇਂ ਵਿਸ਼ਵਾਸੀ ਉਸ ਨੂੰ ਦੇਖਦੇ ਆ ਤਾਂ ਉਹਨਾਂ ਦੇ ਲਈ ਉਹ ਠੋਕਰ ਦਾ ਕਾਰਨ ਬਣ ਜਾਂਦਾ ਹੈ। ਕਿਵੇਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਜਿਵੇਂ ਅੱਜ ਕੱਲ੍ਹ ਦੇ ਵਿਆਹ ਹੈ ਉਹਦੇ ਵਿੱਚ ਉਹ ਆਪਣਾ ਕੀ ਕਰਦੇ ਆ,
ਸੰਸਾਰ ਦੀਆਂ ਰੀਤੀਆਂ ਦੇ ਨਾਲ ਸੰਸਾਰ ਦੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਆਪਣੇ ਹੱਥਾਂ ਨੂੰ ਰੰਗਦੇ ਆ, ਆਪਣੇ ਮੂੰਹ ਨੂੰ ਆਪਣਾ ਪੋਲਿਸ਼ ਕਰਦੇ ਆ, ਕਈ ਤਰ੍ਹਾਂ ਦੇ ਕੰਮ ਕਰਦੇ ਆ, ਜਦ ਕਿ ਪਰਮੇਸ਼ਰ ਦੇ ਵਿੱਚ ਵਿਸ਼ਵਾਸੀ ਨੂੰ ਇਹ ਯੋਗ ਨਹੀਂ। ਦੂਸਰਾ ਅਸੀਂ ਦੇਖਦੇ ਹਾਂ, ਜਦੋਂ ਉਹਨਾਂ ਦਾ ਕੋਈ ਪਿਆਰਾ ਜਨ ਗੁਜ਼ਰ ਜਾਂਦਾ ਹੈ ਤਾਂ ਬਜ਼ੁਰਗਾਂ ਦੇ ਅਨੁਸਾਰ ਕਹਿੰਦੇ ਆ ਜੀ 5 ਦਿਨ ਦੇਖ ਲਓ, 6 ਦਿਨ ਦੇਖ ਲਓ, 11 ਦਿਨ ਦੇਖ ਲਓ, 21 ਦਿਨ ਦੇਖ ਲਓ। ਪਰ ਬਾਈਬਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸ਼ਬਦ ਯੂਜ਼ ਹੀ ਨਹੀਂ ਕੀਤਾ ਗਿਆ ਹੈ। ਮੈਂ ਯਾਦ ਕਰਦਾ ਹਾਂ, ਜਦੋਂ ਦਾਊਦ ਦਾ ਪੁੱਤਰ ਮੁੱਕ ਗਿਆ ਤਾਂ ਉਸ ਵੇਲੇ ਦਾਊਦ ਨੇ ਕੀ ਕੀਤਾ? ਉਸਨੇ ਸੋਗ ਨਹੀਂ ਕੀਤਾ। ਉਹ ਉੱਠਿਆ, ਨਹਾਤਾ, ਸਿਰ ਦੇ ਉੱਤੇ ਤੇਲ ਮਲਿਆ ਅਤੇ ਸਭਾ 'ਚ ਬੈਠ ਗਿਆ। ਅਗਲੇ ਪਲਕ ਉਸਨੇ ਭੋਜਨ ਕੀਤਾ। ਇਸਰਾਇਲ ਦੇ ਮੁਤਾਬਕ ਇਸ ਤਰ੍ਹਾਂ ਨਹੀਂ ਸੀ। ਇਸਰਾਇਲ ਦੇ ਮੁਤਾਬਕ 60 ਦਿਨ ਦਾ ਸੋਗ ਉਸ ਜਗ੍ਹਾ ਦੇ ਉੱਤੇ ਹੁੰਦਾ ਸੀ ਅਤੇ ਉਹ ਲੋਕ ਉਸ ਜਗ੍ਹਾ ਦੇ ਉੱਤੇ ਕੋਈ ਬਾਹਰ ਨਹੀਂ ਜਾਂਦਾ ਸੀ। ਉਹਨਾਂ ਨੂੰ ਨਹਾਉਣ ਤੱਕ ਦਾ ਵੀ ਆਰਡਰ ਨਹੀਂ ਸੀ ਹੁੰਦਾ। ਪਰ ਅੱਜ ਦੇ ਸਾਡੇ ਲੋਕ ਜਿਹੜੇ ਵਿਸ਼ਵਾਸ ਦੇ ਵਿੱਚ ਆ ਗਏ, ਜਿਹੜੇ ਮਸੀਹ ਦੇ ਵਿੱਚ ਨਵੀਂ ਸ੍ਰਿਸ਼ਟ ਬਣ ਕੇ ਆ ਗਏ, ਉਹ ਹਜੇ ਵੀ ਸੰਸਾਰ ਦੀਆਂ ਰੀਤਾਂ ਦੇ ਨਾਲ ਚੱਲ ਕੇ ਆਪਣੇ ਆਪ ਨੂੰ ਉਸ ਖਮੀਰ ਦੇ ਨਾਲ ਆਪਣੀ ਸਾਰੀ ਤੌਣ ਨੂੰ ਖਰਾਬ ਕਰ ਰਹੇ ਆ, ਆਪਣੇ ਵਿਸ਼ਵਾਸ ਦੇ ਜੀਵਨ ਨੂੰ ਖਰਾਬ ਕਰ ਰਹੇ। ਇਸ ਕਰਕੇ ਇੱਥੇ ਪ੍ਰਭੂ ਦਾ ਵਚਨ ਸਾਫ਼ ਇਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਸਾਫ਼ ਰੀਤੀ ਨਾਲ ਕੀ ਕਰਦਾ ਹੈ? ਉਹਨਾਂ ਨੂੰ ਵਰਜਦਾ ਹੈ। ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਅਜਿਹੇ ਲੋਕਾਂ ਨੂੰ ਆਪਣੇ ਵਿੱਚੋਂ ਕੱਢ ਦਿਓ। ਅਕਸਰ ਪਾਪ ਜਾਂ ਬੁਰਾਈ ਦੇ ਇੱਕ ਪ੍ਰਤੀਕ ਵਜੋਂ ਇਹ ਵਰਣਨ ਕੀਤਾ ਜਾਂਦਾ ਹੈ ਖਮੀਰ ਵਾਂਗੂ। ਪਾਪ ਇੱਕ ਪੂਰੀ ਕਲੀਸਿਆ ਜਾਂ ਪੂਰੀ ਸਭਾ ਜਾਂ ਇੱਕ ਪੂਰੇ ਪਰਿਵਾਰ ਨੂੰ ਨਾਸ਼ ਕਰ ਦਿੰਦਾ ਹੈ। ਮੈਨੂੰ ਯਾਦ ਆਉਂਦਾ ਹੈ ਜਦੋਂ ਯਹੋਸ਼ੂ ਦੇ ਨਰਤੱਬ ਦੇ ਵਿੱਚ ਇਹ ਲੋਕ ਯੁੱਧ ਕਰਦੇ ਜਾ ਰਹੇ ਸੀ, ਤਦ ਆਕਾਨ ਨਾਮੇ ਇੱਕ ਮਨੁੱਖ ਨੇ ਇਹਦੇ ਨਗਰ ਦੇ ਵਿੱਚੋਂ ਉਸਨੇ ਕੁਝ ਵਸਤਾਂ ਅਤੇ ਇੱਕ ਚੌਗਾ ਵੈਂਗਣੀ ਲੈ ਕੇ ਆਪਣੇ ਤੰਬੂ ਦੇ ਵਿੱਚ ਦੱਬ ਦਿੱਤਾ। ਤੇ ਜਦੋਂ ਯੁੱਧ ਕਰਨ ਦੇ ਲਈ ਗਏ ਤਾਂ ਉਹਨਾਂ ਲੋਕਾਂ ਨੇ ਉਹਨਾਂ ਨੂੰ ਮਾਰਿਆ। ਲਗਭਗ 3000 ਇਸਰਾਇਲੀ ਘਾਇਲ ਹੋ ਗਏ ਅਤੇ ਜਦੋਂ ਵਾਪਸ ਆਏ ਉਹਨਾਂ ਨੇ ਆਪਣੇ ਕੱਪੜੇ ਪਾੜੇ ਅਤੇ ਪਰਮੇਸ਼ਵਰ ਦੇ ਅੱਗੇ ਰੋਣ ਲੱਗੇ। ਤਦ ਪਰਮੇਸ਼ਵਰ ਨੇ ਕਿਹਾ, ਤੁਸੀਂ ਕਿਸ ਗੱਲ ਦਾ ਆਪਣਾ ਅਫਸੋਸ ਕਰ ਰਹੇ ਹੋ? ਕਿਸ ਗੱਲ ਦਾ ਤੁਸੀਂ ਸੋਗ ਕਰ ਰਹੇ ਹੋ? ਇਹ ਤੁਹਾਡੀ ਹੀ ਗਲਤੀ ਦੇ ਨਾਲ ਤੁਹਾਡੇ ਉੱਤੇ ਇਹ ਸਜ਼ਾ ਆਈ ਹੈ। ਜੋ ਮੈਂ ਤੁਹਾਨੂੰ ਹੁਕਮ ਦਿੱਤਾ ਸੀ, ਤੁਸੀਂ ਉਸ ਹੁਕਮ ਦੇ ਅਨੁਸਾਰ ਪਰਮੇਸ਼ਰ ਦੀ ਬਾਣੀ ਦੇ ਨਾਲ ਤੁਸੀਂ ਕਾਰਜ ਨਹੀਂ ਕੀਤਾ। ਇਹਦਾ ਮਤਲਬ ਪਰਮੇਸ਼ਰ ਜੋ ਕਹਿੰਦਾ ਹੈ ਉਸ ਵਿੱਚ ਇੱਕ ਸ਼ਬਦ, ਇੱਕ ਬਿੰਦੂ ਤੱਕ ਵੀ ਮੈਂ ਹਟਾ ਨਹੀਂ ਸਕਦਾ। ਜੋ ਆਪਣਾ ਕਹਿੰਦਾ ਹੈ ਮੈਨੂੰ ਉਸੇ ਤਰ੍ਹਾਂ ਕਰਨ ਦੀ ਲੋੜ ਹੈ। ਬਿਨਾਂ ਤੌਬਾ ਕੀਤੇ ਮੈਂ ਸਵਰਗ ਦੇ ਰਾਜ ਵਿੱਚ ਵੜ ਨਹੀਂ ਸਕਦਾ। ਕਈ ਲੋਕ ਬਿਨਾਂ ਤੌਬਾ ਕੀਤੇ ਬਪਤਿਸਮਾ ਲੈ ਕੇ ਕਲੀਸਿਆ ਦੇ ਵਿੱਚ ਪ੍ਰਭੂ ਦੀ ਮੇਜ਼ ਵਿੱਚ ਸ਼ਾਮਲ, ਉਹ ਆ ਕੇ ਕਹਿੰਦੇ ਆ ਜੀ ਅਸੀਂ ਬਪਤਿਸਮਾ ਲਿਆ ਹੋਇਆ ਹੈ, ਸਾਨੂੰ ਪ੍ਰਭੂ ਭੋਜ ਦੇ ਦਿਓ। ਬਟ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਪ੍ਰਭੂ ਭੋਜ ਦੇ ਇਸ ਗੱਲ ਦੇ ਬਾਰੇ, ਇਸ ਸਿੱਖਿਆ ਦੇ ਬਾਰੇ ਜਾਣਦੇ ਹੋ ਹੈ ਕਿ? ਉਹ ਕਹਿੰਦੇ ਜੀ ਪ੍ਰਸ਼ਾਦ। ਜਦੋਂ ਪ੍ਰਸ਼ਾਦ ਸ਼ਬਦ ਲਿਆ ਜਾਂਦਾ ਹੈ ਤਾਂ ਮੈਂ ਤਾਂ ਉਸ ਨੂੰ ਵਰਜਿਤ ਕਰ ਦਿੰਦਾ, ਮੈਂ ਬੰਦ ਕਰ ਦਿੰਦਾ। ਤੁਸੀਂ ਨਹੀਂ ਜਾਣਦੇ, ਇਸ ਕਰਕੇ ਤੁਸੀਂ ਪਰਮੇਸ਼ਰ ਦੇ ਪਾਪ ਦੇ ਭਾਗੀਦਾਰ ਨਾ ਬਣੋ। ਇੱਕ ਵਚਨ ਇਸ ਗੱਲ ਦੇ ਲਈ ਮੈਂ ਪੜ੍ਹਨਾ ਚਾਹੁੰਦਾ ਹਾਂ, ਗਲਾਤੀਆਂ ਦੀ ਪੁਸਤਕ, ਜਦੋਂ ਮੈਂ ਉਸ ਦਾ 5 ਅਧਿਆਏ ਉਸ ਦੀ 7 ਤੋਂ 9 ਆਇਤ ਨੂੰ ਪੜ੍ਹਦਾ ਹਾਂ ਤਾਂ ਉਸ ਵਿੱਚ ਪੌਲਸ ਰਸੂਲ ਗਲਾਤੀਆਂ ਨੂੰ ਇੱਕ ਗੱਲ ਕਹਿੰਦਾ ਹੋਇਆ ਇਸ ਜਗ੍ਹਾ ਦੇ ਉੱਤੇ ਨਜ਼ਰ ਆਉਂਦਾ ਹੈ। ਕਹਿੰਦਾ, ਤੁਸੀਂ ਤਾਂ ਭਲੀ ਭਾਂਤੀ ਦੌੜ ਰਹੇ ਹੋ, ਤੁਹਾਨੂੰ ਕਿਸ ਨੇ ਰੋਕ ਦਿੱਤਾ ਕਿ ਸੱਤ ਨੂੰ ਨਾ ਮੰਨੋ? ਅਜਿਹੀ ਸਿੱਖਿਆ ਤੁਹਾਡੇ ਬੁਲਾਉਣ ਵਾਲੇ ਦੀ ਵੱਲੋਂ ਨਹੀਂ ਹੈ। ਥੋੜਾ ਜਿਹਾ ਖਮੀਰ ਇੱਕ ਗੁੰਨੇ ਹੋਏ ਆਟੇ ਨੂੰ
ਖਮੀਰ ਘੱਟ ਸੁੱਟਦਾ ਹੈ। ਸਾਨੂੰ ਪਰਮੇਸ਼ਰ ਨੇ ਅਖਮੀਰੀ ਬਣਾਇਆ, ਸ਼ੁੱਧ ਬਣਾਇਆ, ਤੇ ਸਾਡੇ ਵਿੱਚ ਇਹ ਖਮੀਰਾ ਕਿੱਥੋਂ ਗਿਆ? ਬਾਈਬਲ ਦੇ ਵਿੱਚ ਲਿਖਿਆ ਹੈ, ਜਿਉਂਦੇ ਪਰਮੇਸ਼ਰ ਦੇ ਹੱਥ ਪੈਣਾ ਭਿਆਨਕ ਗੱਲ ਹੈ। ਇਹਦਾ ਮਤਲਬ ਜਿਸ ਪਰਮੇਸ਼ਰ ਦੇ ਪਿੱਛੇ ਅਸੀਂ ਜਾ ਰਹੇ ਹਾਂ, ਜਿਸ ਪਰਮੇਸ਼ਰ ਨੇ ਸਾਨੂੰ ਬੁਲਾਇਆ, ਉਸ ਦੇ ਬਾਰੇ ਜਾਣੋ, ਉਸ ਦੇ ਬਾਰੇ ਸਮਝੋ। ਜਦ ਤੱਕ ਮੈਂ ਉਸ ਨੂੰ ਜਾਣਦਾ ਨਹੀਂ, ਸਮਝਦਾ ਨਹੀਂ, ਤਾਂ ਮੈਂ ਉਸ ਦੀ ਭਗਤੀ ਕਿਵੇਂ ਕਰ ਸਕਦਾ? ਇਸ ਲਈ ਇਸ ਜਗ੍ਹਾ ਦੇ ਉੱਤੇ ਪੌਲੁਸ ਰਸੂਲ 7 ਆਇਤ 'ਚ ਇੱਕ ਬਹੁਤ ਵੱਡੀ ਗੱਲ ਕਹਿ ਰਿਹਾ, ਮੈਨੂੰ ਅਤੇ ਆਪ ਨੂੰ ਕਰਨ ਦੇ ਲਈ। ਕੀ ਕਹਿ ਰਿਹਾ ਹੈ? ਪੁਰਾਣੇ ਖਮੀਰ ਨੂੰ ਕੱਟ ਸੁੱਟੋ ਭਾਈ, ਜਿਵੇਂ ਤੁਸੀਂ ਪਤੀਰੇ ਹੋਏ ਹੋ। ਇਹਦਾ ਮਤਲਬ ਜਦੋਂ ਤੁਸੀਂ ਮਸੀਹ ਯਸੂ ਦੇ ਵਿੱਚ ਆ ਗਏ, ਜਦੋਂ ਤੁਸੀਂ ਤੌਬਾ ਕਰ ਲਈ, ਜਦੋਂ ਤੁਸੀਂ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਪ੍ਰਭੂ ਯਸੂ ਮਸੀਹ ਮੇਰਾ ਪ੍ਰਭੂ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ ਉਸ ਦਾ, ਇਹਦਾ ਮਤਲਬ ਤੁਸੀਂ ਸਵਰਗ ਦੇ ਹੋ ਗਏ, ਤਾਂ ਹੁਣ ਤੁਸੀਂ ਸਵਰਗ ਦੀਆਂ ਗੱਲਾਂ ਦੇ ਉੱਤੇ ਧਿਆਨ ਲਾਓ, ਨਾ ਕਿ ਸੰਸਾਰ ਦੀਆਂ। ਇਹਦਾ ਮਤਲਬ ਇਸ ਜਗ੍ਹਾ ਤੇ ਉਹ ਕਹਿੰਦਾ ਹੈ, ਇਸ ਸੰਸਾਰ ਦੀਆਂ ਗੱਲਾਂ ਨੂੰ, ਸੰਸਾਰ ਦੇ ਵਿਚਾਰਾਂ ਨੂੰ, ਸੰਸਾਰ ਦੇ ਕੰਮਾਂ ਨੂੰ ਆਪਣੇ ਵਿੱਚੋਂ ਕੱਢ ਦਿਓ। ਹੁਣ ਤੁਸੀਂ ਉਸ ਯਸੂ ਮਸੀਹ ਨੂੰ ਪਹਿਨ ਲਿਆ ਹੈ, ਉਸ ਯਸੂ ਮਸੀਹ ਦੀਆਂ ਸਵਰਗੀਆਂ ਗੱਲਾਂ ਨੂੰ, ਜਿਹੜੀਆਂ ਦਿਨ ਪ੍ਰਤੀ ਦਿਨ ਮੈਨੂੰ ਜਿਉਂਦੀ ਆਸ ਵਿੱਚ ਲੈ ਕੇ ਜਾਂਦੀਆਂ ਨੇ, ਉਹਦੇ ਵੱਲ ਧਿਆਨ ਕਰੋ, ਉਹਦੇ ਵੱਲ ਭੱਜੋ। ਇੱਥੇ ਪੌਲੁਸ ਰਸੂਲ ਕਿੰਨਾ ਸੁੰਦਰ ਤਰੀਕੇ ਦੇ ਨਾਲ ਮੈਨੂੰ ਅਤੇ ਆਪ ਨੂੰ ਸਿਖਾ ਰਿਹਾ। ਇੱਕ ਵਿਸ਼ਵਾਸੀ ਸੰਸਾਰ ਦੀਆਂ ਗੱਲਾਂ ਦੇ ਨਾਲ ਸਮਝੌਤਾ ਨਾ ਕਰੇ, ਜਿਵੇਂ ਅੱਜ ਕਈ ਲੋਕ ਕਰਕੇ ਆਪਣੇ ਜੀਵਨ ਨੂੰ ਸੰਸਾਰ ਦੇ ਵਿੱਚ, ਸੰਸਾਰ ਦੀਆਂ ਗੱਲਾਂ ਦੇ ਵਿੱਚ ਲਾ ਕੇ ਵਿਨਾਸ਼ ਦੀ ਕੱਟਣੀ ਕੱਟ ਰਹੇ। ਮੈਂ ਇੱਕ ਵਚਨ ਆਪ ਨੂੰ ਸਾਫ਼ ਦੱਸ ਦੇਣਾ ਚਾਹੁੰਦਾ ਵਿਸ਼ਵਾਸੀ ਲੋਕਾਂ ਨੂੰ, ਕਿ ਜੇ ਵਿਸ਼ਵਾਸੀ ਲੋਕ ਸੰਸਾਰ ਦੇ ਵਿੱਚ ਸੰਸਾਰ ਦੀਆਂ ਗੱਲਾਂ ਦੇ ਨਾਲ ਜੀਵਨ ਬਤੀਤ ਕਰ ਰਹੇ ਆ, ਤਾਂ ਸਵਰਗ ਦੇ ਵਿੱਚ ਨਿਆਂ ਦੇ ਸਮੇਂ ਪ੍ਰਭੂ ਯਿਸੂ ਮਸੀਹ, ਜਿਵੇਂ ਮਤੀ ਦੀ ਅੰਜੀਲ 7 ਅਧਿਆਏ 21 ਤੋਂ 23 ਆਇਤ ਦੇ ਵਿੱਚ ਲਿਖਿਆ, ਹੇ ਪ੍ਰਭੂ ਕਹਿਣ ਵਾਲੇ ਜਿਹੜੇ ਕਹਿਣਗੇ ਪ੍ਰਭੂ ਅਸੀਂ ਤੇਰੇ ਨਾਂ ਦੇ ਵਿੱਚ ਆਹ ਕੰਮ ਕੀਤੇ, ਅਸੀਂ ਤੇਰੇ ਨਾਮ, ਉਹ ਕਹੇਗਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ, ਹੇ ਕੁਕਰਮੀਓ ਮੇਰੇ ਤੋਂ ਦੂਰ ਹੋ ਜਾਓ, ਇਹਨਾਂ ਨੂੰ ਬਲਦੀ ਹੋਈ ਉਸ ਅੱਗ ਦੇ ਵਿੱਚ ਸੁੱਟ ਦਿਓ। ਉੱਥੇ ਸਾਫ਼ ਯਕੀਨੀ ਮੌਤ ਹੈ ਉਹਨਾਂ ਲਈ, ਸੈਪਰੇਸ਼ਨ ਹੈ। ਇਸ ਲਈ ਵਿਸ਼ਵਾਸੀ ਨੂੰ ਪਰਮੇਸ਼ਵਰ ਨੇ ਆਪਣੇ ਲਹੂ ਦੇ ਕੇ, ਇੱਕ ਕੀਮਤ ਦੇ ਕੇ ਖਰੀਦਿਆ ਹੈ, ਸੰਸਾਰ ਨੇ ਨਹੀਂ ਖਰੀਦਿਆ ਹੈ। ਇਸ ਲਈ ਜਿਸ ਨੇ ਕੀਮਤ ਦੇ ਕੇ ਖਰੀਦਿਆ ਹੈ, ਉਹ ਉਸ ਦੇ ਪਦ ਚਿੰਨ੍ਹਾਂ ਦੇ ਉੱਤੇ, ਉਸ ਦੀ ਸਿੱਖਿਆ ਦੇ ਉੱਤੇ, ਉਸ ਦੇ ਸਿਧਾਂਤਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਉਸ ਜਿਉਂਦੀ ਆਸ ਦੇ ਵਿੱਚ ਲੈ ਕੇ ਜਾਵੇ, ਜਿਸ ਦੇ ਵਿੱਚ ਪਰਮੇਸ਼ਰ ਪੁੱਤਰ ਨੇ ਸਵੈਮ ਮੇਰੇ ਅਤੇ ਆਪ ਦੇ ਨਾਲ ਵਾਅਦਾ ਕੀਤਾ ਹੈ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋਗੇ, ਤੁਸੀਂ ਵੀ ਹੋਵੋਗੇ। ਇਸ ਲਈ ਅੰਤਿਮ ਗੱਲ ਉਹ ਕੀ ਕਹਿ ਰਿਹਾ ਹੈ, ਤੀਵੇਂ ਤੁਸੀਂ ਸੱਜਰੀ ਤੋਣ ਬਣੋ, ਕਿਉਂ ਜੋ ਸਾਡਾ ਫਸਾ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ ਹੈ। ਇਹ ਸਿਧਾਂਤ ਹੈ ਮੇਰੇ ਪਿਆਰਾ, ਇਹ ਉਹ ਸਿਧਾਂਤ ਹੈ ਜਿੱਥੇ ਉਹ ਸੱਜਰੀ ਤੋਣ ਦੀ ਗੱਲ ਕਰ ਰਿਹਾ। ਇਹਦਾ ਮਤਲਬ ਮੈਂ ਪਹਿਲਾਂ ਪਾਪੀ ਸੀ, ਮੇਰੇ ਉੱਤੇ ਮੌਤ ਦੀ ਸਜ਼ਾ ਦਾ ਹੁਕਮ ਸੀ, ਜਿਵੇਂ ਬਾਣੀ ਦੇ ਵਿੱਚ ਲਿਖਿਆ ਹੈ ਪਾਪ ਦੀ ਸਜ਼ਾ ਮੌਤ, ਤੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਮੁੜ ਆਪਣੇ ਬਲੀਦਾਨ ਦੇ ਰਾਹੀਂ ਨਵਾਂ ਮਨੁੱਖ ਬਣਾ ਦਿੱਤਾ ਹੈ, ਜਿਹੜਾ ਕਿ ਸਵਰਗ ਦੇ ਵਿੱਚ ਜਾਣ ਵਾਲਾ ਹੈ, ਜਿਹੜਾ ਸਵਰਗ ਦੇ ਵਿੱਚ ਗਿਆ। ਜੇ ਤੁਸੀਂ ਹਜੇ ਤੱਕ ਉਸ ਦੇ ਇਸ ਬਲੀਦਾਨ ਦੀ ਕੀਮਤ ਨਹੀਂ ਸਮਝੇ, ਤਾਂ ਅੱਜ ਇਸ ਕੀਮਤ ਨੂੰ ਸਮਝ ਲਓ। ਉਹ ਸੰਸਾਰ ਦੇ ਲਈ ਨਹੀਂ ਦਿੱਤੀ ਗਈ, ਉਹ ਮੁੜ ਪਾਪ ਦੇ ਵਿੱਚ ਜਾਣ ਦੇ ਲਈ ਨਹੀਂ ਦਿੱਤੀ ਗਈ, ਉਹ ਇਸ ਲਈ ਦਿੱਤੀ ਗਈ, ਪਹਿਲਾਂ ਅਸੀਂ ਪਰਮੇਸ਼ਰ ਦੇ ਪੁੱਤਰ ਬਣੀਏ, ਦੂਸਰਾ ਅਸੀਂ ਸਵਰਗ ਦੇ ਅਧਿਕਾਰੀ ਬਣੀਏ, ਤੀਸਰਾ ਅਸੀਂ ਉਹਦੇ ਨਾਲ ਹਮੇਸ਼ਾ ਹਮੇਸ਼ਾ ਦਾ ਰਾਜ ਕਰੀਏ। ਕੀ ਤੁਸੀਂ ਇਸ ਗੱਲ ਨੂੰ ਸਮਝ ਗਏ ਹੋ? ਜੇ ਸਮਝ ਗਏ ਹੋ
ਤਾਂ ਸੱਚਮੁੱਚ ਤੁਸੀਂ ਪਰਮੇਸ਼ਰ ਦੀ ਸੱਜਰੀ ਤੋਂ ਹੋ। ਇਸ ਲਈ ਮੇਰੇ ਪਿਆਰੇ ਭੈਣ ਅਤੇ ਭਰਾ, ਅਸੀਂ ਵਿਸ਼ਵਾਸੀ ਹੋ ਕੇ ਸੰਸਾਰ ਦੇ ਨਾਲ ਸਮਝੌਤੇ ਦਾ ਜੀਵਨ ਨਹੀਂ ਜੀਣਾ ਹੈ। ਇਸ ਗੱਲ ਦਾ ਪ੍ਰਣ ਆਪਣੇ ਜੀਵਨ ਵਿੱਚ ਕਰਕੇ ਚੱਲੋ। ਜਿਵੇਂ ਸੰਸਾਰ ਦੇ ਵਿੱਚ ਕਈ ਲੋਕ ਮਸੀਹ ਦੇ ਦਿਖਾਵੇ ਦਾ ਜੀਵਨ ਜੀ ਕੇ ਕਈ ਲੋਕਾਂ ਦੇ ਲਈ ਠੋਕਰ ਦਾ ਕਾਰਨ ਬਣ ਕੇ ਆਪ ਤਾਂ ਡਿੱਗੇ ਅਤੇ ਦੂਸਰਿਆਂ ਨੂੰ ਵੀ ਵਿਨਾਸ਼ ਦਾ ਕਾਰਨ ਬਣਾ ਰਹੇ। ਮੈਨੂੰ ਪ੍ਰਭੂ ਨੇ ਸਵਰਗ ਦੇ ਵਿੱਚ ਜਾਣ ਦਾ ਇੱਕ ਵਸੀਲਾ ਮਸੀਹ ਯਸੂ ਦੇ ਰਾਹੀਂ ਦਿੱਤਾ ਹੈ, ਤਾਂ ਮੈਂ ਵੀ ਇਹ ਵਸੀਲਾ ਦੂਸਰਿਆਂ ਨੂੰ ਦੇਵਾਂ, ਤਾਂ ਕਿ ਉਹ ਵੀ ਜਿਵੇਂ ਮੈਂ ਸਵਰਗ ਦੇ ਵਿੱਚ ਜਾਵਾਂਗਾ ਉਹ ਵੀ ਸਵਰਗ 'ਚ ਜਾਣ। ਪ੍ਰਭੂ ਅਜਿਹਾ ਹੋਣ ਦੇ ਲਈ ਮੇਰੀ ਅਤੇ ਆਪ ਦੀ ਮਦਦ ਕਰੇ। ਪ੍ਰਭੂ ਇਸ ਵਚਨ ਦੇ ਨਾਲ ਆਪ ਨੂੰ ਬਰਕਤ ਦੇਵੇ। ਜੈ ਮਸੀਹ ਦੀ। ਮਾਰਾਨਾਥਾ।